सारे भैन भरावां नूं जमसिकी मैं पास्टर मनजीत तुहाडे लई स्टोरी लैके आई हाँ। सो प्रभु दे नाम नूं जलाल दिन्ने आ जिन्हें सानू अज तक संभाल के रखिया। ओदी दया, ओदी सामर्थ, ओदा तरस साडियां जिंदगियां उत्ते आ। हालेलुया, प्रेज द लॉर्ड। सो प्रभु दे नाम नूं हमेशा सानू महिमा और जलाल दिंदे रहना चाहिए है, क्योंकि ओदी महिमा साडियां जिंदगियां दे विच हुंदी है। ਜਦੋਂ ਸਾਡੀਆਂ ਜ਼ਿੰਦਗੀਆਂ ਵਿੱਚ ਕੰਮ ਕਰਦਾ ਤਾਂ ਉਹਦੀ ਮਹਿਮਾ ਸਾਡੀ ਜ਼ਿੰਦਗੀਆਂ ਦੇ ਵਿੱਚ ਲੋਕ ਦੇਖਦੇ ਆ। ਪ੍ਰੇਜ਼ ਦਾ ਲਾਰਡ, ਹਾਲੇਲੂਇਆ। ਅਸੀਂ ਉਸ ਪਰਮੇਸ਼ਰ ਦੇ ਨਾਮ ਨੂੰ ਜਲਾਲ ਦਿੰਦੇ ਆ ਜਿਹਦੀ ਦਇਆ ਸਦਾ ਦੀ ਆ, ਸਾਮਰਥ ਨਾਲ ਭਰਿਆ ਹੋਇਆ, ਦਇਆ ਦੇ ਨਾਲ ਭਰਿਆ ਹੋਇਆ। ਆਈਏ ਸਟੋਰੀ ਵੱਲ ਚੱਲਦੇ ਆ। ਸਟੋਰੀ ਇਸ ਤਰ੍ਹਾਂ ਆ ਕਿ ਇੱਕ ਆਦਮੀ ਆ ਜੋ ਕਿ ਇੱਕ चिक्कड़ दे विच दलदल दे विच फसिया पिया आ। सो चला रहा बचाओ बचाओ मैनू बचाओ, पर कोई उस जगह दे उत्ते ओदी कोई दुहाई नू, ओदी पुकार नू कोई सुन नहीं रहा। सो जदों पुकार रहा है मैनू बचाओ बचाओ बचाओ, तो एक आदमी आ जो उसदे कोल दी लंघ रहा है। ਜਦੋਂ ਉਸਨੇ ਆਵਾਜ਼ ਸੁਣੀ ਕਿ ਇਹ ਜਿਹੜਾ ਬੰਦਾ ਕੋਈ ਬੁਲਾ ਰਿਹਾ ਆ, ਮੁਸੀਬਤ ਦੇ ਵਿੱਚ ਆ, ਉਹ ਜਦੋਂ ਆਸਾ ਪਾਸਾ ਦੇਖਦਾ ਤਾਂ ਉਹ ਦੇਖਦਾ ਕਿ ਇੱਕ ਦਲਦਲ ਦੇ ਵਿੱਚ, ਚਿੱਕੜ ਦੇ ਵਿੱਚ ਇੱਕ ਇਨਸਾਨ ਫਸਿਆ ਹੋਇਆ। ਸੋ ਉਹਨੇ ਕੀ ਕੀਤਾ, ਜਦੋਂ ਉਹਨੇ ਦੇਖਿਆ ਕਿ ਮੁਸੀਬਤ ਵਿੱਚ ਆ, ਉਸ ਆਦਮੀ ਨੇ ਉਸ ਨੂੰ ਚਿੱਕੜ ਵਿੱਚੋਂ ਕੱਢਿਆ, ਬੜੀ ਮੁਸ਼ਕਲ ਦੇ ਨਾਲ ਦਲਦਲ ਦੇ ਵਿੱਚੋਂ ਕੱਢਿਆ। ਜਦੋਂ ਉਹਨੂੰ ਉਸ ਚਿੱਕੜ ਵਿੱਚੋਂ, ਦਲਦਲ ਵਿੱਚੋਂ ਕੱਢਿਆ, ਜੋ ਮੁਸੀਬਤ ਦੇ ਵਿੱਚ ਫਸਿਆ ਹੋਇਆ ਸੀ, ਤਾਂ ਉਹ ਆਦਮੀ ਜਿਹੜਾ ਉਹਦਾ ਥੈਂਕ ਯੂ ਕਰਦਾ, ਧੰਨਵਾਦ ਕਰਦਾ ਔਰ ਕਹਿੰਦਾ ਕਿ ਮੈਂ ਤੇਰਾ ਧੰਨਵਾਦ ਕਰਦਾ। ਸੋ ਇਸੇ ਤਰ੍ਹਾਂ ਕੁਝ ਸਮਾਂ ਪੈ ਕੇ, ਕੁਝ ਮਹੀਨੇ, ਕੁਝ ਸਾਲ ਲੰਘਦੇ ਗਏ। ਜਦੋਂ ਲੰਘਦੇ ਗਏ ਉਹ ਆਦਮੀ ਜਿਹੜਾ ਸੀ ਦਲਦਲ ਦੇ ਵਿੱਚ ਫਸਿਆ ਪਿਆ ਸੀ, ਚਿੱਕੜ ਵਿੱਚ ਸੀ, ਉਸਨੂੰ ਜੇਲ੍ਹ ਹੋ ਜਾਂਦੀ ਆ। ਜਦੋਂ ਜੇਲ੍ਹ ਹੋ ਜਾਂਦੀ ਆ ਤਾਂ ਉਸਨੇ ਕਤਲ ਕੀਤਾ ਆ। ਕਤਲ ਕਰਨ ਦੇ ਨਾਲ ਪੁਲਿਸ ਉਹਨੂੰ ਫੜ ਕੇ ਲੈ ਜਾਂਦੀ, ਜੇਲ੍ਹ ਵਿੱਚ ਪਾ ਦਿੰਦੇ ਆ। ਜਦੋਂ ਜੇਲ੍ਹ ਵਿੱਚ ਪਾ ਦਿੰਦੇ ਆ ਤੇ ਹੁਣ ਉਹਨੇ ਕੋਰਟ ਦੇ ਵਿੱਚ ਜਾਣਾ ਆ। ਜਦੋਂ ਕੋਰਟ ਦੇ ਵਿੱਚ ਉਹਨੂੰ ਲੈ ਕੇ ਜਾਂਦੇ ਆ, ਬੜਾ ਦੁਖੀ ਆ ਕਿ ਹੁਣ ਮੈਂ ਬਹੁਤ ਮੁਸ਼ਕਿਲ ਸਮੇਂ ਦੇ ਵਿੱਚ ਦੀ ਜਾ ਰਿਹਾ ਆ, ਹੁਣ ਮੈਨੂੰ ਬਹੁਤ ਭਾਰੀ ਸਜ਼ਾ ਹੋਣੀ ਆ, ਬੜਾ ਉਦਾਸ ਆ। ਤੇ ਕੋਰਟ ਵਿੱਚ ਜਦੋਂ ਜਾਂਦੇ ਆ ਤੇ ਕੋਰਟ ਵਿੱਚ ਕੀ ਦੇਖਦਾ ਆ ਕਿ ਜਿਸ ਕੁਰਸੀ ਉੱਤੇ, ਅਦਾਲਤ ਦੀ ਕੁਰਸੀ ਉੱਤੇ ਬੈਠਾ ਆ, ਉਹ ਇਨਸਾਨ ਵੱਲ ਦੇਖ ਕੇ ਬੇਹੱਦ ਖੁਸ਼ ਹੁੰਦਾ ਆ। ਜਦੋਂ ਖੁਸ਼ ਹੁੰਦਾ ਆ ਤਾਂ ਉਹਨੂੰ ਕਹਿੰਦਾ, ਜਦੋਂ ਉਹਨੂੰ ਬੁਲਾਇਆ ਗਿਆ ਕਟਾਰੇ ਦੇ ਵਿੱਚ ਤਾਂ ਉਹਨੂੰ ਦੱਸਦਾ, ਜੱਜ ਸਾਹਿਬ ਤੁਹਾਨੂੰ ਪਤਾ ਕਿ ਤੁਸੀਂ ਕਈ ਸਾਲ ਪਹਿਲਾਂ ਮੈਨੂੰ ਚਿੱਕੜ ਚੋਂ ਕੱਢਿਆ ਸੀ, ਮੁਸੀਬਤ ਤੋਂ ਕੱਢਿਆ ਸੀ, ਮੇਰੇ ਤੇ ਦਇਆ ਕੀਤੀ ਸੀ, ਮੇਰੇ ਤੇ ਤਰਸ ਕੀਤਾ ਸੀ। ਅੱਜ ਵੀ ਤੁਸੀਂ ਮੇਰੇ ਤੇ ਦਇਆ ਕਰ ਦਿਓ, ਮੇਰੇ ਤੇ ਤਰਸ ਕਰ ਦਿਓ। ਜਿਸ ਤਰ੍ਹਾਂ ਤੁਸੀਂ ਮੈਨੂੰ ਉਦੋਂ ਪਰੇਸ਼ਾਨੀ ਵਿੱਚੋਂ, ਮੁਸੀਬਤ ਚੋਂ ਕੱਢ ਲਿਆ, ਅੱਜ ਵੀ ਮੈਂ ਤੁਹਾਡੇ ਅੱਗੇ ਹਾੜੇ ਪਾਉਂਦਾ ਆ, ਮੁਸੀਬਤ ਦੇ ਵਿੱਚੋਂ ਮੈਨੂੰ ਤੁਸੀਂ ਕੱਢ ਲਓ। ਜੋ ਜੱਜ ਹੁੰਦਾ ਆ, ਜੋ ਇਨਸਾਫ ਦੀ ਕੁਰਸੀ ਉੱਤੇ ਬੈਠਾ ਹੁੰਦਾ ਆ, ਉਹ ਉਹਨੂੰ ਕਹਿੰਦਾ ਆ ਕਿ ਅੱਗੇ ਮੈਂ ਦਇਆ ਕੀਤੀ ਤੇਰੇ ਤੇ, ਤਰਸ ਕੀਤਾ, ਤੈਨੂੰ ਮੁਸੀਬਤ ਤੋਂ ਕੱਢਿਆ, ਪਰ ਤੈਨੂੰ ਚਾਹੀਦਾ ਸੀ ਕਿ ਜੋ ਮੈਂ ਹੁਣ ਅੱਗੇ ਤੋਂ ਮੁਸ਼ਕਲ ਦੇ ਪ੍ਰੋਬਲਮ 'ਚ ਨਾ ਪਵਾਂ, ਪਰ ਤੂੰ ਲਗਾਤਾਰ ਮੁਸੀਬਤ 'ਚ ਪਈ ਗਿਆ। ਸੋ ਜੱਜ ਜਿਹੜਾ ਉਹਨੂੰ ਕਹਿੰਦਾ ਕਿ ਨਹੀਂ, ਅੱਗੇ ਮੈਂ ਤੇਰੇ ਤੇ ਦਇਆ ਕੀਤੀ, ਤੇਰੇ ਤੇ ਤਰਸ ਕੀਤਾ, ਹੁਣ ਮੈਂ ਇਨਸਾਫ ਦੀ ਕੁਰਸੀ ਤੇ ਬੈਠਾ ਹਾਂ, ਹੁਣ ਮੈਂ ਇਨਸਾਫ ਕਰਾਂਗਾ। ਭਲਾ ਇਨਸਾਨ ਨੂੰ ਨਹੀਂ, ਜੋ ਬੁਰਾਈ ਦੇ ਵਿੱਚ ਆ ਉਹਨੂੰ ਸਜ਼ਾ ਦੇਵਾਂਗਾ। ਹੁਣ ਤੂੰ ਖੂਨ ਕੀਤਾ ਆ, ਇਹਦੀ ਤੈਨੂੰ ਸਜ਼ਾ ਮਿਲਣੀ ਆ। ਇਸੇ ਤਰ੍ਹਾਂ ਇਸ ਸਿੱਖਿਆ ਦੇ ਵਿੱਚੋਂ, ਇਸ ਸਟੋਰੀ ਦੇ ਵਿੱਚੋਂ
ਸਾਨੂੰ ਇਹ ਸਿੱਖਿਆ ਮਿਲਦੀ ਆ ਕਿ ਸਾਨੂੰ ਆਪਣੇ ਪਰਮੇਸ਼ਰ ਦੇ ਹੁਕਮਾਂ ਦੇ ਮੁਤਾਬਕ ਚੱਲਣਾ ਚਾਹੀਦਾ ਆ, ਕਿਉਂਕਿ ਅਸੀਂ ਵੀ ਦਲਦਲ ਦੇ ਵਿੱਚ, ਚਿੱਕੜ ਦੇ ਵਿੱਚ, ਮੁਸੀਬਤਾਂ 'ਚ ਫਸੇ ਹੋਏ ਸੀ, ਪਾਪਾਂ ਦੇ ਵਿੱਚ ਇਸ ਤਰ੍ਹਾਂ ਫਸੇ ਹੋਏ ਸੀ, ਸਾਨੂੰ ਕੋਈ ਕੱਢਣ ਵਾਲਾ ਨਹੀਂ ਸੀ। ਸਾਡੇ ਉੱਤੇ ਪਰਮੇਸ਼ਰ ਨੇ ਦਇਆ ਕੀਤੀ, ਆਪਣੇ ਇਕਲੌਤੇ ਪੁੱਤਰ ਨੂੰ ਮੇਰੇ ਤੇ ਤੁਹਾਡੇ ਲਈ ਕੁਰਬਾਨ ਕਰ ਦਿੱਤਾ। ਅਸੀਂ ਚਿੱਕੜ ਵਿੱਚ ਫਸੇ ਹੋਏ ਸੀ, ਦਲਦਲ ਵਿੱਚ ਫਸੇ ਹੋਏ ਸੀ। ਉਸਨੇ ਬਾਹ ਨੂੰ ਚਿੱਕੜ ਵਿੱਚ ਪਾਇਆ ਔਰ ਸਾਨੂੰ ਕੱਢ ਲਿਆ। ਜੋ ਸਾਡੇ ਕੋੜੇ ਪੈਣੇ ਸੀ, ਜੋ ਸਾਡੇ ਤੇ ਸਜ਼ਾ ਸੀਗੀ, ਉਹਨੇ ਆਪ ਲੈ ਲਈ। ਜਿਸ ਤਰ੍ਹਾਂ ਉਸ ਇਨਸਾਨ ਨੇ ਚਿੱਕੜ ਵਿੱਚ ਆਪ ਹੱਥ ਪਾਇਆ, ਦਲਦਲ ਦੇ ਵਿੱਚ ਦੁਸ ਕੇ ਉਹਨੂੰ ਕੱਢ ਲਿਆ। ਉਸ ਦੀ ਦਇਆ ਨੇ ਉਸ ਨੂੰ ਬਚਾ ਲਿਆ। ਇਸੇ ਤਰ੍ਹਾਂ ਪਰਮੇਸ਼ਰ ਦੀ ਦਇਆ ਨੇ ਸਾਨੂੰ ਬਚਾ ਲਿਆ। ਆਪਣੇ ਪੁੱਤਰ ਨੂੰ ਭੇਜ ਕੇ ਉਸ ਨੂੰ ਕੁਰਬਾਨ ਕਰ ਦਿੱਤਾ। ਜਦੋਂ ਅਸੀਂ ਲੂਕਾ ਦੀ ਅੰਜੀਲ ਦੇ ਵਿੱਚ ਪੜ੍ਹਦੇ ਆ, ਚੈਪਟਰ 9 ਦੇ ਵਿੱਚ, ਜਦੋਂ ਪੜ੍ਹਦੇ ਯੀਸ਼ੂ ਮਸੀਹ ਜਦੋਂ ਗਲੀਲ ਤੋਂ ਯਰੂਸ਼ਲਮ ਦਾ ਸਫ਼ਰ ਕੀਤਾ, ਤਾਂ ਜਦੋਂ ਉਹ ਆ ਰਿਹਾ ਸੀ ਤਾਂ ਰਸਤੇ ਵਿੱਚ ਦੀ ਸਾਮਰੀਆ ਦੇ ਵਿੱਚ ਦੀ ਜਾ ਰਹੇ ਸੀਗੇ। ਸਾਮਰੀਆ ਵਿੱਚ ਦੀ ਜਾ ਰਹੇ ਸੀ। ਜਦੋਂ ਉਹ ਸਾਮਰੀਆ ਵਿੱਚ ਆਏ ਤਾਂ ਸ਼ਾਮ ਦਾ ਸਮਾਂ ਸੀਗਾ, ਸ਼ਾਮ ਦਾ ਟਾਈਮ ਸੀ, ਤਾਂ ਹਨੇਰਾ ਹੋ ਗਿਆ ਸੀ। ਯਿਸੂ ਨੇ ਚੇਲਿਆਂ ਨੂੰ ਕਿ ਤੁਸੀਂ ਜਾਓ, ਪਿੰਡ ਦੇ ਵਿੱਚ ਜਾਓ ਤੇ ਜਾ ਕੇ ਗੱਲ ਕਰੋ ਕਿ ਯਿਸੂ ਆਏ ਆ, ਰਾਤ ਰਹਿ ਕੇ ਸਵੇਰ ਨੂੰ ਚਲੇ ਜਾਣਾ ਆ। ਚੇਲਿਆਂ ਨੂੰ ਕਹਿੰਦਾ ਕਿ ਜਾਓ, ਜਾ ਕੇ ਸਾਮਰੀਆ ਦੇ ਲੋਕਾਂ ਨੂੰ ਕਹੋ ਕਿ ਯਿਸੂ ਆਏ ਆ, ਯਿਸੂ ਨੇ ਰਾਤ ਰਹਿਣਾ ਆ, ਹਨੇਰਾ ਹੋ ਗਿਆ ਆ, ਤੁਸੀਂ ਜਾ ਕੇ ਉਹਨਾਂ ਨੂੰ ਕਹੋ ਕਿ ਸਵੇਰ ਨੂੰ ਚਲੇ ਜਾਣਾ ਆ। ਇਹ ਅਖੀਰਲਾ ਸਫ਼ਰ ਸੀ ਜੋ ਸਲੀਬ ਤੇ ਜਾਣ ਤੋਂ ਪਹਿਲਾਂ ਪਿੰਡ ਦੇ ਲੋਕਾਂ ਨੇ ਕਿਹਾ ਨਹੀਂ, ਅਸੀਂ ਯਿਸੂ ਨੂੰ ਕਬੂਲ ਨਹੀਂ ਕਰਦੇ। ਉਹ ਪਿੰਡ ਵਿੱਚ ਉਹਨੂੰ ਇਜਾਜ਼ਤ ਨਹੀਂ ਦਿੱਤੀ। ਜੋ ਦੁਨੀਆ ਦਾ ਉਧਾਰ ਕਰਤਾ, ਦੁਨੀਆ ਦਾ ਮਾਲਕ ਮੇਰੇ ਤੇ ਤੁਹਾਡੇ ਲਈ ਇੱਕ ਇਨਸਾਨ ਬਣ ਕੇ ਆ ਗਿਆ, ਇਸ ਦਲਦਲ ਵਿੱਚ ਆ ਗਿਆ, ਇਸ ਚਿੱਕੜ ਵਿੱਚ ਆ ਗਿਆ, ਪਾਪ ਭਰੇ ਸੰਸਾਰ ਵਿੱਚ ਆ ਗਿਆ। ਉਸਨੂੰ ਕਬੂਲ ਨਹੀਂ ਕੀਤਾ। ਉਹ ਕਹਿੰਦੇ ਅਸੀਂ ਇਜਾਜ਼ਤ ਨਹੀਂ ਦਿੰਦੇ। ਉਹਨਾਂ ਨੇ ਇਨਕਾਰ ਕਰ ਦਿੱਤਾ ਸ੍ਰਿਸ਼ਟੀ ਦੇ ਮਾਲਕ ਨੂੰ, ਸ੍ਰਿਸ਼ਟੀ ਦੇ ਉਧਾਰਕਰਤਾ ਨੂੰ। ਲੂਕਾ ਦੀ ਅੰਜੀਲ 9 ਵਿੱਚ ਜਦੋਂ ਪੜ੍ਹਦੇ ਆ 53 ਤੇ 54 ਵਿੱਚ ਜਦੋਂ ਪੜ੍ਹਦੇ ਆ ਤਾਂ ਚੇਲੇ ਕਹਿੰਦੇ ਯਿਸੂ ਦੇ ਕੋਲ ਆਣ ਕੇ ਕਹਿੰਦੇ ਆ ਕਿ ਜੇ ਤੇਰੀ ਮਰਜ਼ੀ ਹੋਵੇ, ਤੇਰਾ ਹੁਕਮ ਕਰ, ਤੂੰ ਹੁਕਮ ਕਰ ਕਿ ਆਕਾਸ਼ ਤੋਂ ਅੱਗ ਬਰੇ ਤੇ ਇਹਨਾਂ ਨੂੰ ਨਾਸ਼ ਕਰ ਦੇ। ਹੁਕਮ ਤਾਂ ਤੂੰ ਕਰ, ਆਕਾਸ਼ ਤੋਂ ਅੱਗ ਬਰੇ, ਇਹ ਨਾਸ਼ ਹੋ ਜਾਣ। ਯਿਸੂ ਮਸੀਹ ਚੇਲਿਆਂ ਨੂੰ ਕਹਿੰਦੇ ਆਮ ਪ੍ਰਾਊਡ, ਤੁਹਾਡੇ ਤੇ ਮੈਂ ਬਹੁਤ ਖੁਸ਼ ਆ, ਗੁੱਡ ਜੌਬ ਕਿ ਤੁਸੀਂ ਇਸ ਤਰ੍ਹਾਂ ਸੋਚ ਰਹੇ। ਆਮ ਲੋਕ ਜੇ ਕਿਸੇ ਦੇ ਨਾਲ ਬੁਰਾਈ ਕਰਦੇ ਤਾਂ ਉਹਦੇ ਨਾਲ ਜਿੰਨਾ ਚਿਰ ਜ਼ਿਆਦਾ ਬੁਰਾਈ ਨਾ ਕਰ ਲੈਣ, ਉਹਨਾਂ ਨੂੰ ਪੀਸ ਨਹੀਂ ਮਿਲਦੀ, ਚੈਨ ਨਹੀਂ ਮਿਲਦਾ। ਪਰ ਯਿਸੂ ਮਸੀਹ ਕਹਿੰਦੇ ਆ ਤੁਹਾਡੇ ਕੋਲ ਕਿਹੋ ਜਿਹਾ ਆਤਮਾ ਆ, ਕਿਸ ਤਰ੍ਹਾਂ ਦੇ ਤੁਸੀਂ ਲੋਕ ਆ, ਕਿਸ ਤਰ੍ਹਾਂ ਦਾ ਆਤਮਾ ਆ। ਯਿਸੂ ਕਹਿੰਦੇ ਮੈਂ ਇਸ ਕਰਕੇ ਆਇਆ ਆ, ਮੈਂ ਸਲੀਬ ਤੇ ਜਾਣ ਲਈ ਆਇਆ ਆ, ਮੈਂ ਤਾਂ ਤੁਹਾਡੇ ਲਈ ਕੁਰਬਾਨ ਹੋਣ ਲਈ ਆਇਆ ਆ, ਤਾਂ ਕਿ ਤੁਸੀਂ ਨਵੀਂ ਜ਼ਿੰਦਗੀ ਪਾਓ, ਚੌਖੀ ਜ਼ਿੰਦਗੀ ਪਾਓ, ਤੁਸੀਂ ਬਚਾਏ ਜਾਓ। ਮੈਂ ਇਸ ਕਰਕੇ ਆਇਆ, ਮੈਂ ਆਪਣੇ ਸਿੰਘਾਸਨ ਨੂੰ, ਅਸਮਾਨ ਨੂੰ ਛੱਡ ਕੇ ਇਸ ਪਾਪ ਭਰੀ ਦੁਨੀਆ 'ਚ ਸਲੀਬ ਤੇ ਆਇਆ ਆ, ਤਾਂ ਕਿ ਮੈਂ ਤੁਹਾਨੂੰ ਬਚਾ ਲਵਾਂ, ਤੁਹਾਨੂੰ ਜ਼ਿੰਦਗੀ ਦੇਵਾਂ, ਚੌਖੀ ਜ਼ਿੰਦਗੀ ਦੇਵਾਂ। ਉਹਦੀ ਦਇਆ ਆ, ਉਹਦਾ ਫਜ਼ਲ ਆ ਸਾਡੇ ਉੱਤੇ ਹੋਇਆ। ਕਿਉਂਕਿ ਯਿਸੂ ਮਸੀਹ ਨੂੰ ਪਤਾ ਸੀਗਾ ਕਿ ਸਲੀਬੀ ਮੌਤ ਜਿਹੜੀ, ਲਾਮ ਦੀ ਮੌਤ ਜਿਹੜੀ ਆ, ਇਹ ਬਹੁਤ ਦੁੱਖਾਂ ਭਰੀ ਆ, ਬਹੁਤ ਮੁਸੀਬਤ ਭਰੀ ਆ।
पर उसने ये नहीं देखा कि मैनू दुख होगा, मैनू मुसीबत होगा, मैनू परेशानी होगी। उन्हें देखा कि मेरे दुखों के पिछे, मेरी सलीब के पिछे इस संसार की खुशी आ, इस संसार का आनंद आ। उन्हें ये देखा कि मेरे दुखों के पिछे इन्हां लोकां दी खुशी आ, आनंद आ, मुक्ति आ, नजात आ। कहंदा आ मैं अपनी दया तुहाडे उत्ते उंडेलण लई आया आ। ये दया जिहड़ी आ ये थोड़े समय दे लई आ, जे असीं कहीए कि सदा दे लई आ। जिन्ना चिकर न्याय नहीं आवेगा, यीशु मसीह दा गुस्सा फिर दिखण वाला। हाले उहदी सिर्फ दया दे थल्ले आ, उहदे रहम दे थल्ले आ, उहदे फजल दे थल्ले आ। संत पौलुस नूं कहंदा मेरा फजल ही तेरे लिए काफी आ। सो इस करके यीशु मसीह दे आउण तो पहला जदों अपने दूतां दे नाल आएगा, नरसिंगे दी आवाज़ दे नाल जदों आएगा अपनी दुल्हन नूं लैण, कि तुसीं तैयार आ? जिस तरह चेलियां ने कहा कि आकाश तो अग बरसा ताकि ये नाश हो जा, कि तुसीं अज यीशु मसीह दे विच उहदी दुल्हन जिहड़ी आ, दुल्हन जिहड़ी आ जिस विच कोई दाग नहीं, कोई चुर्री नहीं, कोई धब्बा नहीं, वो अपनी दुल्हन नूं लैण लई आ रहा। कि तुसीं तैयार आ? जे अज असीं पापां दे विच आ, वचन च लिखिआ आ दूसरा इतिहास 7:14 विच, अगर जे तुसीं अपने पापां तो मन फिराओ, तौबा करो, तो मैं आकाश तो दृष्टि करांगा और तुहाडे अपराधां नूं माफ कर दूंगा। अज साडे कोल समा आ उस इंसान की तरह जिसने दया की और उसनू बचा लिया, तरस किया, उसनू चिक्कड़ चो कढ़ लिया। अज मैनू ते तुहानू उस परमेश्वर की दया ने संभालिया होया है। उहदा फजल है साडे उत्ते, उहदी दया आ। पर जदों न्याय दे तखत दे उत्ते बैठा होएगा, कि उदों असीं साडे कोलों फ्रूट देखूगा कि साडे कोल घाह फूस होएगा, पत्ते होंगे। ये असी ख्याल करना कि साडी जिंदगी दे विच की आ, कि जदों यीशु मसीह साडे कोल दी लंघ के जावेगा, कि साडे कोल उहनूं घाह पत्ते नज़र आउणगे, कि उहदे फ्रूट नज़र आउणगे जो कहंदा आ मेरे हुक्मां दी पालना करो। आई असीं उसदी दया दे हमेशा थल्ले रहीए, ताकि जिथे वो आ असीं भी उस जगह ते होईए। वो कहना मेरी दया आ, जदों तुहाडे ते मेरी दया पीढ़ीओ पीढ़ी ते करिया। सो परमेश्वर दे नाम नूं जलाल दिंदे होए ओहदी तारीफ करदी आ। गॉड तैनूं ब्लैस करे।